Hello students, today we will discuss nuclear power plant. Nuclear power plant ਦੇ ਵਿੱਚ ਆਪਾਂ ਪੜਾਂਗੇ block diagram, working ਤੇ advantage and disadvantage. In nuclear power stations ਕੀ ਹੁੰਦਾ ਕਹਿੰਦਾ a generating station in which nuclear energy converted into electric energy is known as nuclear power station. ਮਤਲਬ ਉਹ power station ਜਿੱਥੇ ਆਪਾਂ ਨਿਊਕਲੀਅਰ એનર્ਜੀ ਨੂੰ ਇਲੈਕਟ੍ਰਿਕ એનર્ਜੀ 'ਚ ਕਨਵਰਟ ਕਰ ਦਿੰਦੇ ਹਾਂ ਉਹਨੂੰ ਆਪਾਂ ਨਿਊਕਲੀਅਰ ਪਾਵਰ ਸਟੇਸ਼ਨ ਕਹਿੰਦੇ ਹਾਂ। ਕਹਿੰਦਾ ਕਿ ਇਨ ਨਿਊਕਲੀਅਰ ਪਾਵਰ ਸਟੇਸ਼ਨ ਹੈਵੀ ਐਲੀਮੈਂਟਸ ਸੱਚ ਐਜ਼ ਯੂਰੇਨੀਅਮ ਔਰ ਥੋਰੀਅਮ ਆਰ ਸਬਜੈਕਟ ਟੂ ਨਿਊਕਲੀਅਰ ਫਿਜ਼ਨ ਇਨ ਏ ਸਪੈਸ਼ਲ ਆਪਰੇਟਸ ਨੋਨ ਐਜ਼ ਏ ਰਿਐਕਟਰ। ਮਤਲਬ ਕਹਿੰਦਾ ਇੱਕ ਰਿਐਕਟਰ ਹੁੰਦਾ ਹੈ, ਇਹਦੇ ਵਿੱਚ ਨਿਊਕਲੀਅਰ ਰਿਐਕਟਰ ਨੂੰ ਆਪਾਂ ਨੂੰ ਕਹਿੰਦੇ ਹਾਂ। ਉਹਦੇ ਵਿੱਚ ਆਪਾਂ ਕਹਿੰਦੇ ਨਿਊਕਲੀਅਰ ਫਿਜ਼ਨ ਕਰਦੇ ਹਾਂ ਕਿਹੜੇ ਯੂਰੇਨੀਅਮ ਦੀ ਔਰ ਜਾਂ ਥੋਰੀਅਮ ਐਲੀਮੈਂਟ ਦੀ, ਜਿਹੜੀ ਹੈਵੀ ਐਲੀਮੈਂਟਸ ਨੇ ਇਹਨਾਂ ਦੇ ਐਟਮਸ ਦੇ ਵਿੱਚ ਆਪਾਂ ਨਿਊਕਲੀਅਰ ਫਿਜ਼ਨ ਕਰਦੇ ਹਾਂ ਇਸ ਰਿਐਕਟਰ ਦੇ ਵਿੱਚ। ਫਿਰ ਉਸ ਤੋਂ ਬਾਅਦ ਕੀ ਹੁੰਦਾ ਦ ਹੀਟ ਐਨਰਜੀ ਦਸ ਰਿਲੀਜ਼ਡ ਇਨ ਯੂਟੀਲਾਈਜ਼ਡ ਇਨ ਰੇਜ਼ਿੰਗ ਸਟੀਮ ਐਟ ਹਾਈ ਟੈਂਪਰੇਚਰ ਐਂਡ ਪ੍ਰੈਸ਼ਰ। ਜਦੋਂ ਫਿਜ਼ਨ ਹੁੰਦਾ ਹੈਗਾ, ਇੱਕ ਐਟਮ ਟੁੱਟਦਾ, ਬ੍ਰੇਕ ਹੁੰਦਾ ਯੂਰੇਨੀਅਮ ਦਾ, ਤਾਂ ਉਹਦੇ ਵਿੱਚ ਬਹੁਤ ਸਾਰੀ ਹੀਟ ਜਿਹੜੀ ਆ ਰਿਲੀਜ਼ ਹੁੰਦੀ ਆ। ਕਹਿੰਦਾ ਉਹ ਹੀਟ ਜਿਹੜੀ ਆਪਾਂ ਯੂਟੀਲਾਈਜ਼ ਕਰਦੇ ਹਾਂ ਫॉर ਪ੍ਰੋਡਿਊਸਿੰਗ ਸਟੀਮ ਐਟ ਹਾਈ ਟੈਂਪਰੇਚਰ ਐਂਡ ਪ੍ਰੈਸ਼ਰ। ਹਾਈ ਟੈਂਪਰੇਚਰ ਅਤੇ ਪ੍ਰੈਸ਼ਰ ਦੇ ਵਿੱਚ ਸਟੀਮ ਪ੍ਰੋਡਿਊਸ, ਜਿੱਦਾਂ ਆਪਾਂ ਪਹਿਲਾਂ ਥਰਮਲ ਪਲਾਂਟਸ ਦੇ ਵਿੱਚ ਪੜ੍ਹਿਆ ਸੀ, ਉਹਦੇ ਵਿੱਚ ਆਪਾਂ ਕੋਲ ਦੀ ਕੰਬਸਸ਼ਨ ਨਾ ਕਰਦੇ ਹਾਂ, ਹੀਟ ਲੈਂਦੇ ਹਾਂ, ਬਟ ਇਹਦੇ ਵਿੱਚ ਫਿਜ਼ਨ ਕਰਕੇ ਆਪਾਂ ਜਿਹੜੀ ਹੀਟ ਜਨਰੇਟ ਹੁੰਦੀ ਆ, ਹੀਟ ਰਿਲੀਜ਼ ਹੁੰਦੀ ਆ ਜਦੋਂ ਬ੍ਰੇਕਅਪ ਹੁੰਦਾ ਐਟਮ ਦਾ, ਤਾਂ ਉਹ ਜਿਹੜੀ ਹੀਟ ਆਪਾਂ ਯੂਟੀਲਾਈਜ਼ ਕਰਦੇ ਹਾਂ ਫॉर ਸਟੀਮ ਐਟ ਹਾਈ ਪ੍ਰੈਸ਼ਰ ਐਂਡ ਹਾਈ ਟੈਂਪਰੇਚਰ ਐਂਡ ਪ੍ਰੈਸ਼ਰ ਵਾਸਤੇ। ਉਸ ਤੋਂ ਬਾਅਦ ਕਹਿੰਦਾ ਦ ਸਟੀਮ ਰਨਸ ਦਾ ਸਟੀਮ ਟਰਬਾਈਨ ਵਿਚ ਕਨਵਰਟਸ ਸਟੀਮ ਐਨਰਜੀ ਇਨਟੂ ਮਕੈਨੀਕਲ ਐਨਰਜੀ। ਨੈਚੁਰਲ ਆ ਫਿਰ ਸਟੀਮ ਟਰਬਾਈਨ, ਸਟੀਮ ਜਿਹੜੀ ਪ੍ਰੋਡਿਊਸ ਹੋਈ ਉਹਨੂੰ ਆਪਾਂ ਸਟੀਮ ਟਰਬਾਈਨ ਰਨ ਕਰਨ ਲਈ ਯੂਜ਼ ਕਰਦੇ ਹਾਂ। ਉਹ ਜਿਹੜੀਆਂ ਸਟੀਮ ਟਰਬਾਈਨਸ ਆ ਉਹ ਫਿਰ ਕਨਵਰਟ ਕਰਦੀਆਂ ਮਕੈਨੀਕਲ ਐਨਰਜੀ ਨੂੰ ਇਲੈਕਟ੍ਰੀਕਲ ਐਨਰਜੀ, ਸਟੀਮ ਟਰਬਾਈਨ ਕਨਵਰਟ ਕਰਦੀਆਂ ਹੈਗੀਆਂ ਸਟੀਮ ਐਨਰਜੀ ਨੂੰ ਮਕੈਨੀਕਲ ਐਨਰਜੀ ਵਿੱਚ। ਦ ਟਰਬਾਈਨ ਡਰਾਈਵਸ ਦਾ ਆਲਟਰਨੇਟਿਵ। ਉਹ ਟਰਬਾਈਨਸ ਜਿਹੜੀਆਂ ਟਰਬਾਈਨਸ ਹੈਗੀਆਂ ਉਹ ਡਰਾਈਵਸ ਕਰਦੀਆਂ ਹੈਗੀਆਂ ਆਲਟਰਨੇਟਿਵ ਨੂੰ ਵਿੱਚ ਕਨਵਰਟ ਮਕੈਨੀਕਲ ਐਨਰਜੀ ਇਨਟੂ ਇਲੈਕਟ੍ਰੀਕਲ ਐਨਰਜੀ। ਇਸ ਤਰ੍ਹਾਂ ਇਲੈਕਟ੍ਰਿਕ ਐਨਰਜੀ ਜਿਹੜੀ ਆ ਉਹ ਜਨਰੇਟ ਹੁੰਦੀ ਆ ਨਿਊਕਲੀਅਰ ਪਾਵਰ ਸਟੇਸ਼ਨ ਦੇ ਵਿੱਚ। ਕਹਿੰਦਾ ਦ ਮੋਸਟ ਇੰਪੋਰਟੈਂਟ ਫੀਚਰ ਆਫ ਏ ਨਿਊਕਲੀਅਰ ਪਾਵਰ ਸਟੇਸ਼ਨ ਇਜ਼ ਦੈਟ ਹਿਊਜ ਅਮਾਊਂਟ ਆਫ ਇਲੈਕਟ੍ਰਿਕ ਐਨਰਜੀ ਕੈਨ ਬੀ ਪ੍ਰੋਡਿਊਸਡ from a relatively small amount of nuclear fuel as compared to other conventional types of power station। ਮਤਲਬ ਕਹਿੰਦਾ ਇਹਦੇ ਵਿੱਚ ਬਹੁਤ ਥੋੜ੍ਹੇ ਫਿਊਲ ਦੇ ਨਾਲ ਆਪਾਂ ਬਹੁਤ ਸਾਰੀ ਜਿਹੜੀ ਇਲੈਕਟ੍ਰਿਕ ਐਨਰਜੀ ਜਨਰੇਟ ਕਰ ਸਕਦੇ ਹਾਂ ਬਾਕੀ ਕਨਵੈਨਸ਼ਨਲ ਦੇ ਨਾਲੋਂ, ਜਿੱਦਾਂ ਕੋਲ ਦੇ ਵਿੱਚ ਜਾਂ ਡੀਜ਼ਲ ਦੇ ਵਿੱਚ, ਉਹਦੇ ਨਾਲੋਂ ਇਹਦੇ ਵਿੱਚ ਬਹੁਤ ਥੋੜ੍ਹੀ। ਕਿੰਨੀ? ਕਹਿੰਦਾ ਇਟ ਹੈਜ਼ ਫਾਊਂਡ ਦੈਟ ਕੰਪਲੀਟ ਫਿਜ਼ਨ ਆਫ 1 kg ਆਫ ਯੂਰੇਨੀਅਮ ਕੈਨ ਪ੍ਰੋਡਿਊਸਡ as much energy as can be produced by burning of 4500 tons of high grade coal। मतलब 4500 टन हाई ग्रेड कोल की अगर आप हीट लईए कंबसशन करके, वो हीट आप 1 किलो यूरेनीअम के फिजन के विचों आपको मिल जाती है। इस करके जिथे 4500 टन कोला आप यूज़ करना, उसकी जगह 1 किलो यूरेनीअम रॉड्स जड़ियाँ आप यूज़ करके उन्नी पावर जनरेट कर सकते हैं। आल्दो द रिकवरी ऑफ प्रिंसिपल न्यूक्लियर फ्यूल्स दैट इज़ यूरेनीअम थोरीयम इज़ डिफिकल्ट एक्सपेंसिव। पर कहते कि कोई डिफिकल्ट भी है तो एक्सपेंसिव भी है बनाना, इस करके थोड़ा जिहा आपां नूं रिजर्व दे विच रह के ही चलाउने आ, क्योंकि साडे कोल यूरेनीअम भी बहुत घट हैगा इन नेचर दे विच। ब्लॉक डायग्राम ऑफ टिपिकल न्यूक्लियर प्लांट। टिपिकल न्यूक्लियर प्लांट की ब्लॉक डायग्राम देखो सामने बनी हुई है, ब्लॉक्स बने हुए आ, उहदे ते नाम वगैरह लिखा, तुसीं ईजीली साफ सुथरा तुसीं देख सकते हो। लैफ्ट साइड तो आप शुरू करिए तो पहला ब्लॉक है न्यूक्लियर रिएक्टर। ये आप एटम की फ्यूजन करते हैं, जो यूरेनीअम एटम है वो फ्यूजन करते हैं। फ्यूजन के नाल जो एनर्जी जनरेट होती है वो एटम के सप्लिट होने के नाल जी एनर्जी रिलीज़ हुई, हीट एनर्जी रिलीज़ हुई, उन्होंने आप हॉट मैटल के नाल उत्थों ट्रांसफर कराने कित्थे हीट एक्सचेंजर विच। उपरले पासे देखो हॉट मैटल अंदरों न्यूक्लियर रिएक्टर चों बाहर निकलता, एरो नाल हीट एक्सचेंजर जाता है, कोइल्स दे विचों दी देखो शो करता पाया, थल्ले पासे थानी बाहर आ गया, ये है कोल्ड हो गया क्योंकि हीट वो एक्सचेंज हो गई, इस करके कोल्ड मैटल बन गया। कोल्ड मैटल पंप तो फिल्टर के थ्रू आप वापस फिर न्यूक्लियर रिएक्टर भेजते हैं, तो इस तरह सर्कल चली जाता। हॉट मैटल उपरों दी आउंदा आ, हीट एक्सचेंज करता है, कोल्ड मैटल होकर वापस फिर न्यूक्लियर रिएक्टर चल जाता है। हुण हीट एक्सचेंजर की है? हीट एक्सचेंजर है ये वाटर तो हॉट मैटल दो चीज़ां आ रही। वाटर जोड़ा कोल्ड है, ठंडा है, तो मैटल जोड़ा बहुत गर्म है। हम इस करके हॉट मैटल गर्म
ਮੈਟਲ ਦੇ ਵਿੱਚੋਂ ਟੈਂਪਰੇਚਰ ਤੋਂ ਦੂਜੇ ਪਾਸੇ ਹੀਟ ਜਿਹੜੀ ਟਰਾਂਸਫਰ ਹੋਈ ਆ ਵਾਟਰ ਦੇ ਵਿੱਚ। ਜਦੋਂ ਹੀਟ ਟਰਾਂਸਫਰ ਹੋ ਕੇ ਹੌਲੀ ਹੌਲੀ ਵਾਟਰ ਜਿਹੜਾ ਬੋਇਲ ਹੋ ਕੇ ਸਟੀਮ ਬਣਨੀ ਸ਼ੁਰੂ ਹੋ ਜਾਂਦੀ ਆ ਤੇ ਉਹ ਸਟੀਮ ਜਿਹੜੀ ਆਪਾਂ ਉੱਪਰ ਕਲੈਕਟ ਕਰਕੇ ਉਹ ਸਟੀਮ ਨੂੰ ਬਾਹਰ ਕੱਢਦੇ ਆ। ਉਹ ਸਟੀਮ ਕਿੱਥੇ ਭੇਜਦੇ ਆ? ਫਿਰ ਦੇਖੋ ਟਰਬਾਈਨ ਦੇ ਵਿੱਚ। ਟਰਬਾਈਨ ਦੇ ਵਿੱਚ ਸਟੀਮ ਤੋਂ ਪੂਰਾ ਵਰਕ ਲੈ ਕੇ ਆਪਾਂ ਉਸ ਟਰਬਾਈਨ ਨੂੰ ਰੋਟੇਟ ਕਰਵਾਉਂਦੇ ਆ। ਟਰਬਾਈਨ ਜਦੋਂ ਰੋਟੇਟ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਸਟੀਮ ਆ ਐਕਸੈਸ ਸਟੀਮ ਜਿਹੜੀ ਆ ਦੇਖੋ ਐਗਜ਼ੌਸਟ ਸਟੀਮ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਬਾਹਰ ਆ ਰਹੀ ਆ ਔਰ ਬਾਹਰ ਆਣ ਕੇ ਕਿੱਥੇ ਉਸੇ ਤਰ੍ਹਾਂ ਥਰਮਲ ਪਲਾਂਟ ਵਾਂਗੂ ਇਹ ਕੰਡੈਂਸਰ 'ਚ ਜਾ ਰਹੀ ਆ। ਹੁਣ ਕੰਡੈਂਸਰ 'ਚ ਕੀ ਹੁੰਦੀ ਹੈ ਕਿ ਜਿਹੜੀ ਐਗਜ਼ੌਸਟ ਸਟੀਮ ਹੈ ਉਹਨੂੰ ਆਪਾਂ ਵਾਟਰ ਵਿੱਚ ਕਨਵਰਟ ਕਰਦੇ ਆ, ਕੰਡੈਂਸ ਕਰਕੇ ਠੰਡਾ ਕਰਕੇ। ਉਹ ਕੰਮ ਜਿਹੜਾ ਸਾਡਾ ਕਰਦਾ ਕੂਲਿੰਗ ਟਾਵਰ ਦਾ ਜਿਹੜਾ ਸਰਕੂਲੇਟਿੰਗ ਵਾਟਰ ਹੈਗਾ ਉਹ ਆਪਾਂ ਕੀ ਕਰਦੇ ਹਾਂ ਕੂਲਿੰਗ ਟਾਵਰ 'ਚੋਂ ਠੰਡਾ ਪਾਣੀ ਕੰਡੈਂਸਰ ਦੇ ਵਿੱਚ ਜਿਹੜੀਆਂ ਕੋਇਲਸ ਆ ਉਹਨਾਂ ਦੇ ਉੱਤੇ ਪਾਉਂਦੇ ਆ ਤਾਂ ਉੱਥੇ ਹੀਟ ਟਰਾਂਸਫਰ ਹੁੰਦੀ ਹੈ। ਕਿੱਥੋਂ? ਸਟੀਮ ਦੇ ਵਿੱਚੋਂ ਹੀਟ ਜਿਹੜੀ ਟਰਾਂਸਫਰ ਹੋ ਗਈ ਵਾਟਰ ਦੇ ਵਿੱਚ ਤੇ ਵਾਟਰ ਜਿਹੜਾ ਵਾਰਮ ਅਪ ਹੋ ਗਿਆ, ਗਰਮ ਹੋ ਗਿਆ ਤੇ ਸਟੀਮ ਠੰਡੀ ਹੋ ਕੇ ਵਾਟਰ ਬਣ ਗਈ। ਉਹ ਠੰਡਾ ਗਰਮ ਵਾਟਰ ਜਿਹੜਾ ਦੇਖੋ ਰਾਈਟ ਸਾਈਡ ਤੋਂ ਕੰਡੈਂਸਰ ਦੇ ਵਿੱਚੋਂ ਦੀ ਬਾਹਰ ਹੋ ਕੇ ਉਹ ਵਾਪਸ ਕਿੱਥੇ ਜਾਂਦਾ? ਕੂਲਿੰਗ ਟਾਵਰ 'ਚ। ਤਾਂ ਉਹ ਸਰਕਲ ਇੱਦਾਂ ਚੱਲਦਾ ਰਹਿੰਦਾ ਜਿੱਦਾਂ ਕੂਲਿੰਗ ਪੰਪ ਪਹਿਲਾਂ ਆਪਾਂ ਦੱਸਿਆ ਕੂਲਿੰਗ ਪੰਪ ਅਰੇਂਜਮੈਂਟ, ਇਸੇ ਤਰ੍ਹਾਂ ਹੀ ਇਹ ਕੂਲਿੰਗ ਪੰਪ ਇੱਥੇ ਚੱਲੀ ਜਾਂਦਾ ਤੇ ਸਾਡੇ ਕੰਡੈਂਸਰ ਦੇ ਵਿੱਚ ਜਿਹੜੀ ਸਟੀਮ ਹੁੰਦੀ ਹੈ ਉਹਨੂੰ ਵਾਟਰ ਦੇ ਵਿੱਚ ਕਨਵਰਟ ਕਰਕੇ ਦੇਖੋ। ਹੁਣ ਤੁਸੀਂ ਕੰਡੈਂਸਰ ਦੇ ਰਾਈਟ ਸਾਈਡ ਦੇ ਉੱਪਰਲੇ ਪਾਸੇ ਦੇਖੋ, ਉੱਥੇ ਕੀ ਆ? ਫੀਡ ਵਾਟਰ ਪੰਪ ਹੈਗਾ। ਉਹ ਫੀਡ ਵਾਟਰ ਪੰਪ ਜਿਹੜਾ ਕੰਡੈਂਸਰ ਦੇ ਵਿੱਚ ਸਟੀਮ ਤੋਂ ਵਾਟਰ ਕਨਵਰਟ ਹੋਇਆ ਉਹ ਵਾਟਰ ਆਪਾਂ ਫਿਰ ਵਾਪਸ ਸਿੱਧਾ ਕਿੱਥੇ ਭੇਜ ਦਿੰਦੇ ਆ? ਹੀਟ ਐਕਸਚੇਂਜਰ। ਅਗਰ ਫਾਲਤੂ ਪਾਣੀ, ਕਿਉਂਕਿ ਉਹ ਪਾਣੀ ਜਿਹੜਾ ਹੌਲੀ ਹੌਲੀ ਸਟੀਮ ਬਣ ਕੇ ਐਗਜ਼ੌਸਟ ਹੋਏਗਾ, ਥੋੜਾ ਖਤਮ ਵੀ ਹੋਏਗਾ, ਉਹਦੇ ਨਾਲ ਕੀ ਆਪਾਂ ਜਿਹੜਾ ਫਾਲਤੂ ਪਾਣੀ ਹੈ, ਜਿਹੜਾ ਵਾਧੂ ਪਾਣੀ ਆਪਾਂ ਨੂੰ ਚਾਹੀਦਾ ਉਹ ਆਪਾਂ ਥੱਲੇ ਰਿਵਰ 'ਚੋਂ ਡਾਇਰੈਕਟ ਫੀਡ ਵਾਟਰ ਪੰਪ ਦੇ ਥਰੂ ਲੈ ਕੇ ਟ੍ਰੀਟਮੈਂਟ ਦੇ ਕੇ ਉਹਦੀ ਵਾਟਰ ਟ੍ਰੀਟਮੈਂਟ ਕਰਕੇ ਆਪਾਂ ਉਹਨੂੰ ਫਰਦਰ ਹੀਟ ਐਕਸਚੇਂਜਰ 'ਚ ਭੇਜ ਸਕਦੇ ਹਾਂ। ਇਸ ਤਰ੍ਹਾਂ ਹੀਟ ਐਕਸਚੇਂਜ ਹੁੰਦੀ ਹੈਗੀ ਆ। ਹੀਟ ਜਦੋਂ ਐਕਸਚੇਂਜ ਹੁੰਦੀ ਉਹਦੀ ਸਟੀਮ ਬਣਦੀ। ਹੁਣ ਤੁਸੀਂ ਹੀਟ ਐਕਸਚੇਂਜਰ ਦੇ ਰਾਈਟ ਸਾਈਡ ਦੇ ਸੈਂਟਰ ਵਿੱਚ ਦੇਖੋ ਇੱਕ ਲਾਈਨ ਬਣੀ ਆ, ਐਰੋ ਬਣਿਆ, ਉੱਤੇ ਲਿਖਿਆ ਸਟੀਮ। ਹੁਣ ਇੱਥੋਂ ਆਪਾਂ ਡਰਾਈ ਸਟੀਮ ਜਿਹੜੀ ਆਪਾਂ ਕੱਢ ਕੇ ਸੁਪਰ ਹੀਟਿੰਗ ਸਟੀਮ ਜਿਹੜੀ ਉਹ ਕੱਢ ਕੇ ਵਾਲਸ ਦੇ ਥਰੂ ਕਰਕੇ ਆਪਾਂ ਟਰਬਾਈਨ 'ਚ ਭੇਜਦੇ ਹਾਂ। ਹੁਣ ਟਰਬਾਈਨ ਕੀ ਕਰਦਾ? ਸਟੀਮ એનર્ਜੀ ਨੂੰ ਮਕੈਨਿਕਲ એનર્ਜੀ 'ਚ ਕਨਵਰਟ ਕਰ ਦਿੰਦਾ। ਟਰਬਾਈਨ ਦੇ ਵਿੱਚ ਤਾਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਟਰਬਾਈਨ ਦੇ ਵਿੱਚ ਸਟੀਮ એનર્ਜੀ ਜਿਹੜੀ ਹੈ ਮਕੈਨਿਕਲ એનર્ਜੀ ਕਨਵਰਟ ਹੁੰਦੀ ਆ। ਹੁਣ ਕਿਉਂਕਿ ਮਕੈਨਿਕਲ એનર્ਜੀ ਸ਼ਾਫਟ ਨੂੰ ਮੂਵ ਕਰੇਗੀ ਤਾਂ ਉਹ ਸ਼ਾਫਟ ਦੇ ਨਾਲ ਦੇਖੋ ਆਪਾਂ ਟਰਬਾਈਨ ਦੇ ਰਾਈਟ ਸਾਈਡ 'ਤੇ ਆ ਜਾਓ ਆਲਟਰਨੇਟਰ ਲਗਾਇਆ। ਉਸੇ ਸ਼ਾਫਟ 'ਤੇ ਆਪਾਂ ਦਾ ਐਕਸਾਈਟਰ ਲਾਇਆ ਜਿਹੜਾ ਆਲਟਰਨੇਟਰ ਨੂੰ ਡੀਸੀ ਸਪਲਾਈ ਦੇਣੀ ਆ, ਉਹਦੀ ਐਕਸਾਈਟਰ ਲਗਾਇਆ। ਹੁਣ ਦੇਖੋ ਆਲਟਰਨੇਟਰ ਦੇ ਵਿੱਚ ਜਦੋਂ ਸਟੀਮ ਟਰਬਾਈਨ ਦੇ ਥਰੂ ਮਕੈਨਿਕਲ એનર્ਜੀ ਆਏਗੀ ਤਾਂ ਆਲਟਰਨੇਟਰ ਮੂਵ ਕਰੇਗਾ ਤਾਂ ਇਲੈਕਟ੍ਰਿਸਿਟੀ ਜਨਰੇਟ ਹੋਏਗੀ। ਉਹ ਇਲੈਕਟ੍ਰਿਸਿਟੀ ਆਪਾਂ ਜਿਹੜੀ ਆ ਉਹ ਟਰਾਂਸਫਾਰਮਰਸ ਤੇ ਆਈਸੋਲੇਟਰਸ ਦੇ ਥਰੂ, ਸਰਕਟ ਬ੍ਰੇਕਰ ਦੇ ਥਰੂ ਆਪਾਂ ਬੱਸ ਬਾਰ ਨੂੰ ਦੇ ਦਿੰਦੇ ਤਾਂ ਬੱਸ ਬਾਰ ਫਰਦਰ ਗਾਂ ਜੁੜੀ ਹੋਈ ਆ। ਕੂਲਿੰਗ ਟਾਵਰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਸਮਝਾਇਆ ਉਸੇ ਤਰ੍ਹਾਂ ਹੀ ਆ। ਠੰਡਾ ਪਾਣੀ ਰਿਵਰ 'ਚੋਂ ਆ ਰਿਹਾ, ਕੂਲਿੰਗ ਟਾਵਰ 'ਚ ਜਾ ਰਿਹਾ, ਕੂਲਿੰਗ ਟਾਵਰ ਤੋਂ ਕੰਡੈਂਸਰ ਜਾ ਰਿਹਾ, ਕੰਡੈਂਸਰ 'ਚ ਹੀਟ ਟਰਾਂਸਫਰ ਹੁੰਦੀ ਆ, ਪਾਣੀ ਗਰਮ ਹੋ ਜਾਂਦਾ, ਪਾਣੀ ਗਰਮ ਹੋ ਕੇ ਵਾਪਸ ਫੇਰ ਕੂਲਿੰਗ ਟਾਵਰ 'ਚ ਆ ਜਾਂਦਾ ਤੇ ਜਿਹੜਾ ਸਟੀਮ ਦਾ ਜਿਹੜਾ ਵਾਟਰ ਬਣਦਾ ਉਹ ਗਰਮ ਹੁੰਦਾ ਹੈ, ਉਹ ਆਪਾਂ ਗਰਮ ਜਿਹੜਾ ਉਹ ਹੀਟ ਐਕਸਚੇਂਜਰ ਵਿੱਚ ਪਾ ਦਿੰਦੇ ਆ। ਇਸ ਤਰ੍ਹਾਂ ਇਹ ਪੂਰਾ ਬਲੌਕ ਬਣਿਆ ਹੋਇਆ। ਇੱਕ ਵਾਰੀ ਆਪਾਂ ਫੇਰ ਰਿਪੀਟ ਕਰ ਲੈਣੇ ਵਾਲੀ ਗੱਲ ਆ। ਨਿਊਕਲੀਅਰ ਰਿਐਕਟਰ, ਹੌਟ ਮੈਟਲ, ਹੀਟ ਐਕਸਚੇਂਜਰ, ਹੀਟ ਐਕਸਚੇਂਜਰ 'ਚ ਹੋ ਕੇ ਕੋਲਡ ਮੈਟਲ ਬਾਹਰ ਨਿਕਲ ਗਈ। ਹੀਟ ਐਕਸਚੇਂਜਰ ਦੇ ਵਿੱਚ ਵਾਟਰ ਹੈ, ਵਾਟਰ ਜਿਹੜਾ ਗਰਮ ਹੋ ਕੇ ਸਟੀਮ ਬਣਿਆ, ਸਟੀਮ ਬਣ ਕੇ ਸਟੀਮ ਟਰਬਾਈਨ 'ਚ ਗਈ। ਸਟੀਮ ਟਰਬਾਈਨ 'ਚ ਲੋ ਪ੍ਰੈਸ਼ਰ, ਹਾਈ ਪ੍ਰੈਸ਼ਰ ਦੋਨੇ ਪਾਸਿਓਂ ਕੰਡੈਂਸਰ 'ਚ ਆਈ। ਕੰਡੈਂਸਰ ਦੇ ਵਿੱਚੋਂ ਸਟੀਮ ਜਿਹੜੀ ਆ ਉਹ ਕੂਲਿੰਗ ਟਾਵਰ ਦੇ ਥਰੂ ਆਪਾਂ ਠੰਡੀ ਕਰ ਦਿੰਦੇ ਆ, ਉਹ ਵਾਟਰ ਬਣ ਜਾਂਦਾ। ਵਾਟਰ ਜਿਹੜਾ ਵਾਪਸ ਫਿਰ ਆਪਾਂ ਹੀਟ ਐਕਸਚੇਂਜਰ 'ਚ ਭੇਜ ਦਿੰਦੇ ਆ। ਇਸ ਤਰ੍ਹਾਂ ਸਰਕਲ ਚੱਲਦਾ ਤੇ ਟਰਬਾਈਨ ਦੇ ਰਾਈਟ ਸਾਈਡ 'ਤੇ ਤੁਸੀਂ ਦੇਖੋ ਆਲਟਰਨੇਟਰ ਲੱਗਿਆ। ਆਲਟਰਨੇਟਰ ਤੋਂ ਆਪਾਂ 3 ਫੇਜ਼ ਸਪਲਾਈ ਬਣਾ ਕੇ ਬੱਸ ਬਾਰ ਨੂੰ ਦੇ ਦਿੰਦੇ ਆ। ਇਸ ਤਰ੍ਹਾਂ ਇਹ ਬਲੌਕ ਡਾਇਗਰਾਮ ਹੈਗੀ ਆ। The schematic arrangement of nuclear power plant is shown in the figure। ਜਿੱਦਾਂ ਕਿ ਆਪਾਂ ਪਹਿਲਾਂ ਦੇਖਿਆ schematic diagram ਉਹ ਦੇਖ ਲਿਆ, ਉਹਨੂੰ ਆਪਾਂ 4 ਪਾਰਟਸ ਦੇ ਵਿੱਚ ਆਪਾਂ ਡਿਵਾਈਡ ਕਰ ਸਕਦੇ ਹਾਂ। ਪਹਿਲਾ ਹੈ ਨਿਊਕਲੀਅਰ ਰਿਐਕਟਰ, ਫਿਰ ਹੈ ਹੀਟ ਐਕਸਚੇਂਜਰ, ਫਿਰ ਹੈ ਤੀਜਾ ਸਟੀਮ ਟਰਬਾਈਨ, ਚੌਥਾ ਹੈ ਆਲਟਰਨੇਟਰ। ਇਹਦੇ ਵਿੱਚ ਦੇਖੋ ਤੁਸੀਂ ਨੈਕਸਟ ਬਲੌਕ ਸਕਰੀਨ ਦੇ ਉੱਤੇ ਦੇਖੋ ਇੱਕ ਬਲੌਕ ਡਾਇਗਰਾਮ ਬਣੀ ਆ ਜਿਹਦੇ ਵਿੱਚ ਕਿ ਇਹ ਨਿਊਕਲੀਅਰ ਰਿਐਕਟਰ ਜਿਹੜਾ ਦਿਖਾਇਆ ਗਿਆ ਔਰ ਇਹਦੇ ਪਾਰਟਸ ਦਿਖਾਏ ਗਏ ਆ। ਲੈਫਟ ਸਾਈਡ ਦੇ ਉੱਤੇ ਦੇਖੋ ਇੱਕ ਨਿਊਕਲੀਅਰ ਰਿਐਕਟਰ ਹੈ ਤੇ ਰਾਈਟ ਸਾਈਡ ਦੇ ਉੱਤੇ ਜਿਹੜੀ ਆ ਉਹ ਹੈ ਹੀਟ ਐਕਸਚੇਂਜਰ, ਜਿੱਥੇ ਜਿਹੜੀ ਆ ਨਿਊਕਲੀਅਰ ਦੀ ਹੀਟ ਜਿਹੜੀ ਆਪਾਂ ਐਕਸਚੇਂਜ ਕਰਕੇ ਸਟੀਮ ਬਣਾਉਂਦੇ ਹੈਗੇ ਆ, ਵਾਟਰ ਵਿੱਚ ਵਾਟਰ ਭੇਜ ਕੇ ਸਟੀਮ ਬਣਾਉਂਦੇ ਆ। ਹੁਣ ਦੇਖੋ ਇਹਦੇ ਵਿੱਚੋਂ ਨਿਊਕਲੀਅਰ ਰਿਐਕਟਰ ਦੀ ਅਗਰ ਗੱਲ ਕਰੀਏ, ਇਹਦੇ ਕੰਪੋਨੈਂਟਸ ਸਭ ਤੋਂ ਉੱਪਰਲੇ ਪਾਸੇ ਦੇਖੋ 4 ਜਿਹੜੇ ਲੱਗੇ ਆ, ਦੈਟ ਆਰ ਦਾ ਕੰਟਰੋਲ ਰੋਡਸ। ਥੱਲੇ ਪਾਸੇ ਦੇਖੋ ਇੱਕ ਸੈਕਸ਼ਨ ਕੀਤਾ ਹੋਇਆ ਪੋਰਸ਼ਨ ਹੈ ਦੈਟ ਇਜ਼ ਕਾਲਡ ਮੋਡਰੇਟਰ ਗ੍ਰੇਫਾਈਟ, ਇਹਦਾ ਮਟੀਰੀਅਲ ਹੁੰਦਾ ਹੈਗਾ। ਤੇ ਦੂਜੇ ਜਿਹੜੇ ਬਲੈਕ ਪੋਰਸ਼ਨ ਹੈ ਦੈਟ ਇਜ਼ ਯੂਰੇਨੀਅਮ, ਜਿਹਨੂੰ ਆਪਾਂ ਫਿਊਲ ਕਹਿ ਸਕਦੇ ਹਾਂ, ਫਿਊਲ ਰੋਡਸ ਕਹਿ ਸਕਦੇ ਹਾਂ। ਜਿਹੜਾ ਇਹਦਾ ਇਨਰ ਪੋਰਸ਼ਨ ਹੈਗਾ ਜਿਹਦੇ ਵਿੱਚ ਇਹ ਤਿੰਨੇ ਚੀਜ਼ਾਂ ਫਿੱਟ ਹੈਗੀਆਂ ਉਹਨੂੰ ਆਪਾਂ ਪ੍ਰੈਸ਼ਰ ਵੈਸਲ ਕਹਿੰਦੇ ਹਾਂ। ਇਹਦੇ ਵਿੱਚ ਨਿਊਕਲ
ਰਿਐਕਸ਼ਨ ਹੁੰਦਾ ਹੈਗਾ ਜਿਹਦੇ ਕਰਕੇ ਆਪਾਂ ਹੀਟ ਜਿਹੜੀ ਜਨਰੇਟ ਹੋਣੀ ਹੈਗੀ ਆ। ਹੁਣ ਇਸ ਪ੍ਰੈਸ਼ਰ ਵੈਸਲ ਦੇ ਉੱਪਰਲੇ ਪਾਸੇ ਜਾ ਕੇ ਦੇਖੋ ਇੱਕ ਕੂਲੈਂਟ ਵਾਸਤੇ ਪੈਸੇਜ ਬਣਿਆ ਹੋਇਆ ਆਊਟ ਵਾਸਤੇ, ਤਾਂ ਥੱਲੜੇ ਪਾਸੇ ਕੂਲੈਂਟ ਦੇ ਇਨ ਵਾਸਤੇ ਪੈਸੇਜ ਬਣਿਆ ਹੋਇਆ। ਤਾਂ ਇਹ ਪੂਰੇ ਦਾ ਪੂਰੀ ਜਿਹੜੀ ਆ ਬਲੋਕ ਹੈਗਾ ਇਹਨੂੰ ਆਪਾਂ ਕਹਿੰਦੇ ਆ ਨਿਊਕਲੀਅਰ ਰਿਐਕਟਰ। ਹੁਣ ਰਾਈਟ ਸਾਈਡ ਤੇ ਆ ਜਾਈਏ, ਕੂਲੈਂਟ ਜਿਹੜਾ ਉੱਪਰਲੇ ਪਾਸੇ ਦੇਖੋ ਜਿਸ ਪੋਰਸ਼ਨ ਦੇ ਅੰਦਰ ਜਾਂਦਾ ਤੇ ਥੱਲੇ ਰਾਈਟ ਸਾਈਡ ਤੋਂ ਬਿਲਕੁਲ ਥੱਲੇ ਪਾਸੇ ਬਾਹਰ ਆਉਂਦਾ, ਦੈਟ ਇਜ਼ ਦਾ ਹੀਟ ਐਕਸਚੇਂਜਰ। ਇੱਥੇ ਜਿਹੜੀ ਨਿਊਕਲੀਅਰ ਰਿਐਕਟਰ ਦੀ ਹੀਟ ਜਿਹੜੀ ਕੂਲੈਂਟ ਦੇ ਵਿੱਚੋਂ ਦੀ ਹੋ ਕੇ ਇੱਥੇ ਪਹੁੰਚੀ ਆ, ਉਹ ਇੱਥੇ ਟਰਾਂਸਫਰ ਹੁੰਦੀ ਆ ਵਾਟਰ ਨੂੰ ਹੀਟ ਕਰਨ ਲਈ। ਵਾਟਰ ਜਿਹੜਾ ਦੇਖੋ ਥੱਲੇ ਪਾਸੇ ਵਾਟਰ ਆ ਰਿਹਾ, ਇੰਟਰ ਕਰ ਰਿਹਾ ਕੋਇਲ ਦੇ ਵਿੱਚ, ਕੂਲੈਂਟ ਮੂਵ ਕਰ ਰਿਹਾ, ਇਹ ਹੀਟ ਹੈ। ਉੱਪਰਲੇ ਪਾਸੇ ਹੌਟ ਕੂਲੈਂਟ ਆ, ਥੱਲੇ ਪਾਸੇ ਕੋਲਡ ਕੂਲੈਂਟ ਆ। ਹੌਟ ਕੂਲੈਂਟ ਵਾਟਰ ਨੂੰ ਹੀਟ ਟਰਾਂਸਫਰ ਕਰਦਾ ਲਾਸਟ ਐਂਡ ਜਾ ਕੇ ਕੂਲੈਂਟ ਇਹ ਠੰਡਾ ਹੋ ਜਾਂਦਾ ਹੈਗਾ, ਤੇ ਵਾਟਰ ਜਿਹੜਾ ਠੰਡਾ ਥੱਲੇ ਇੰਟਰ ਕੀਤਾ ਹੁੰਦਾ ਉੱਪਰ ਪਹੁੰਚਦਿਆਂ ਉਹ ਹੀਟ ਹੋਣਾ ਸ਼ੁਰੂ ਹੁੰਦਾ ਤੇ ਹੌਲੀ ਹੌਲੀ ਬੋਇਲ ਹੋ ਕੇ ਉਹਦੀ ਸਟੀਮ ਬਣਨੀ ਸ਼ੁਰੂ ਹੁੰਦੀ ਹੈ। ਤੇ ਸਟੀਮ ਆਪਾਂ ਜਿਹੜੀ ਆ ਸਟੀਮ ਐਕਸਚੇਂਜਰ ਦੇ ਉੱਪਰਲੇ ਪਾਸੇ ਕਲੈਕਟ ਕਰ ਲੈਂਦੇ ਆ। ਤੇ ਸਟੀਮ ਦੇਖੋ ਉਹਦੇ ਰਾਈਟ ਸਾਈਡ ਦੇ ਬਿਲਕੁਲ ਹੀਟ ਐਕਸਚੇਂਜਰ ਦੇ ਸਟੀਮ ਬਾਹਰ ਨਿਕਲਦੀ ਆ ਔਰ ਵਾਟਰ ਜਿਹੜਾ ਅੰਦਰ ਜਾ ਰਿਹਾ। ਇਸ ਤਰ੍ਹਾਂ ਇਹ ਕੂਲੈਂਟ ਜਿਹੜਾ ਆ ਹੀਟ ਐਕਸਚੇਂਜ ਕਰਕੇ ਵਾਪਸ ਕੂਲੈਂਟ ਸਰਕੂਲੇਟਿੰਗ ਪੰਪ ਦੇ ਥਰੂ ਫਿਰ ਆਪਾਂ ਇਹਨੂੰ ਰਿਐਕਟਰ ਦੇ ਵਿੱਚ ਵਾਪਸ ਭੇਜ ਦਿੰਦੇ ਆ। ਇਸ ਤਰ੍ਹਾਂ ਇਹ ਵਰਕਿੰਗ ਜਿਹੜੀ ਇਹਨਾਂ ਦੀ ਚੱਲਦੀ ਹੈਗੀ ਆ। ਹੁਣ ਅੱਗੇ ਦੇਖੋ ਤੁਸੀਂ ਇਹਦੇ ਜਿਹੜੇ ਐਲੀਮੈਂਟਸ ਸੀਗੇ, ਪਹਿਲਾ ਸੀ ਫਿਊਲ, ਜਿਹੜਾ ਕਿ ਤੁਸੀਂ ਬਲੈਕ ਕਲਰ ਦੇ ਵਿੱਚ ਜਿਹੜੀਆਂ ਰੋਡਸ ਦੇਖੀਆਂ ਸੀਗੀਆਂ ਉਹ ਫਿਊਲ ਸੀਗਾ। ਉਹ ਕੀ ਹੈ, ਕਹਿੰਦਾ ਯੂਰੇਨੀਅਮ ਇਜ਼ ਦਾ ਬੇਸਿਕ ਫਿਊਲ। ਯੂਰੇਨੀਅਮ ਨੂੰ ਆਪਾਂ ਯੂਜ਼ ਕਰਦੇ ਹਾਂ ਯੂਜ਼ਲੀ ਪੈਲਟਸ ਆਫ ਯੂਰੇਨੀਅਮ ਆਕਸਾਈਡ ਆਰ ਅਰੇਂਜਡ ਇਨ ਟਿਊਬਸ ਟੂ ਫਾਰਮ ਫਿਊਲ ਰੋਡਸ। ਮਤਲਬ ਟਿਊਬ ਦੀ ਸ਼ੇਪ ਦੇ ਵਿੱਚ ਫਿਊਲ ਰੋਡਸ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਆਪਾਂ ਯੂਰੇਨੀਅਮ ਦੀਆਂ ਯੂਰੇਨੀਅਮ ਆਕਸਾਈਡ ਦੀਆਂ ਬਣਾਉਂਦੇ ਹੈਗੇ ਆ। ਦਾ ਰੋਡਸ ਆਰ ਅਰੇਂਜਡ ਟੂ ਫਿਊਲ ਅਸੈਂਬਲੀਜ਼ ਇਨ ਦਾ ਰਿਐਕਟਰ ਕੋਰ ਦੇ ਵਿੱਚ ਜਿਹੜਾ ਆਪਣਾ ਅੰਦਰਲਾ ਵੈਸਲ ਜਿਹੜਾ ਦਿਖਾਇਆ ਸੀ ਉਹਦੇ 'ਚ ਆਪਾਂ ਇਹਨਾਂ ਨੂੰ ਅਰੇਂਜ ਕਰ ਦਿੰਦੇ ਆ। ਹੁਣ ਇਹ ਮਤਲਬ ਜਿਹੜੀਆਂ ਰੋਡਸ ਦੀ ਸ਼ੇਪ ਦੇ ਵਿੱਚ ਹੈਗੀਆਂ। ਹੁਣ ਦੇਖੋ ਮੋਡਰੇਟਰ ਕੀ ਹੈ, ਕਹਿੰਦਾ ਮਟੀਰੀਅਲ ਇਨ ਦਾ ਕੋਰ ਵਿਚ ਸਲੋਜ਼ ਡਾਊਨ ਦਾ ਨਿਊਟਰੋਨਸ ਰਿਲੀਜ਼ਡ ਫਰੋਮ ਫਿਜ਼ਨ ਸੋ ਦੈਟ ਦੇ ਕਾਜ਼ ਮੋਰ ਫਿਜ਼ਨ। ਇਟ ਇਜ਼ ਯੂਜ਼ਲੀ ਵਾਟਰ ਬਟ ਮੇ ਬੀ ਹੈਵੀ ਵਾਟਰ ਔਰ ਗ੍ਰੇਫਾਈਟ। ਮਤਲਬ ਆਪਾਂ ਗ੍ਰੇਫਾਈਟ ਦੀ ਹੈਵੀ ਵਾਟਰ ਦੀ ਜਿਹੜੀਆਂ ਮੋਡਰੇਟਰਸ ਆ ਇਹ ਯੂਰੀਨ ਫਿਊਲ ਦੇ ਆਲੇ ਦੁਆਲੇ ਆਪਾਂ ਇਹ ਲੇਅਰ ਚੜਾਉਂਦੇ ਆ ਫਿਊਲ ਰੋਡਸ ਦੇ ਆਲੇ ਦੁਆਲੇ। ਕਿਉਂਕਿ ਜਦੋਂ ਨਿਊਕਲੀਅਰ ਰਿਐਕਸ਼ਨ ਹੁੰਦਾ ਤੁਹਾਨੂੰ ਪਤਾ ਹੋਣਾ ਕਿ ਇੱਕ ਨਿਊਟਰੋਨ ਆਪਾਂ ਐਂਟਰ ਕਰਦੇ ਹਾਂ ਤਾਂ ਜਦੋਂ ਨਿਊਕਲੀਅਰ ਰਿਐਕਸ਼ਨ ਹੁੰਦਾ ਤਾਂ 3 ਨਿਊਟਰੋਨਸ ਜਿਹੜੇ ਉਹਦੇ ਵਿੱਚ ਪ੍ਰੋਡਿਊਸ ਹੋ ਜਾਂਦੇ ਨੇ। ਉਹਦੇ 3 ਨਿਊਟਰੋਨਸ ਦਾ ਫਰਦਰ ਫਿਰ ਰਿਐਕਸ਼ਨ ਕਰਦੇ ਆ ਤਾਂ 3 ਦੀ ਬਜਾਏ ਉਹ ਟ੍ਰਿਪਲ ਮੀਨਸ 9 ਹੋ ਜਾਂਦੇ। ਇਸ ਤਰ੍ਹਾਂ ਇਹ ਚੇਨ ਰਿਐਕਸ਼ਨ ਵੱਧਦਾ ਅਗਰ ਆਪਾਂ ਇਹਨੂੰ ਕੰਟਰੋਲ ਨਹੀਂ ਕਰਾਂਗੇ ਤਾਂ ਇਹ ਬੰਬਾਰਡਮੈਂਟ ਵੀ ਹੋ ਸਕਦੀ ਹੈਗੀ ਆ। ਤੇ ਮੋਡਰੇਟ ਕੀ ਕਰਦਾ ਕਿ ਉਹ ਜਿਹੜੇ ਨਿਊਟਰੋਨਸ ਜਿਹੜੇ ਹਾਈ ਸਪੀਡ ਨਾਲ ਬਾਹਰ ਨਿਕਲਦੇ ਉਹਨਾਂ ਨੂੰ ਸਪੀਡ ਨੂੰ ਕੰਟਰੋਲ ਕਰਦਾ, ਉਹਨਾਂ ਨੂੰ ਸਪੀਡ ਨੂੰ ਘੱਟ ਕਰਦਾ ਤਾਂ ਕਿ ਸਾਡੀ ਪ੍ਰੋਪਰ ਜਿਹੜੀ ਆ ਫਿਜ਼ਨ ਜਿਹੜੀ ਆ ਪ੍ਰੋਪਰ ਹੋਵੇ। ਮੋਡਰੇਟਰ ਦਾ ਸਿਰਫ ਇੰਨਾ ਹੀ ਕੰਮ ਹੈਗਾ। ਕੰਟਰੋਲ ਰੋਡਸ these are made with neutron absorbing materials such as cadmium, hafnium, boron and are inserted or withdrawn from the core to control the rate of reaction or to halt it। halt ਦਾ ਮਤਲਬ ਹੁੰਦਾ ਕੁਛ ਟਾਈਮ ਲਈ ਰੋਕਣਾ। ਮਤਲਬ ਹੁਣ ਕਹਿੰਦਾ ਕਿ ਜਦੋਂ ਨਿਊਕਲੀਅਰ ਰਿਐਕਸ਼ਨ ਹੁੰਦਾ ਹੈਗਾ ਆ ਤਾਂ ਨਿਊਟਰੋਨਸ ਜਿਹੜੇ ਆ ਉਹ ਪ੍ਰੋਡਿਊਸ ਹੁੰਦੇ ਹੈਗੇ ਆ। ਇੱਕ ਨਿਊਟਰੋਨਸ ਆਪਾਂ ਬੰਬਾਰਡਮੈਂਟ ਕਰਦੇ ਆ ਤਾਂ ਫਰਦਰ ਚੇਨ ਰਿਐਕਸ਼ਨ ਨਾਲ ਮਲਟੀ ਨਿਊਟਰੋਨਸ ਜਨਰੇਟ ਹੋ ਜਾਂਦੇ ਜਿਹੜੇ ਕਿ ਵਾਰ-ਵਾਰ ਅਗਰ ਰਿਐਕਸ਼ਨ ਕਰਨਗੇ ਤਾਂ ਬਹੁਤ ਜ਼ਿਆਦਾ ਹੀਟ ਜਿਹੜੀ ਆ ਉਹ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਊਗੀ। ਉਹਨੂੰ ਕੰਟਰੋਲ ਕਰਨੀ ਆਪਾਂ ਕੀ ਕਰਦੇ ਆ, ਨਿਊਟਰਨ ਅਬਜ਼ੋਰਬਿੰਗ ਮਟੀਰੀਅਲ ਲੈਂਦੇ ਆ, ਉਹ ਆਪਾਂ ਉਸ ਰਿਐਕਟਰ ਦੇ ਵਿੱਚ ਇੰਸਰਟ ਕਰ ਦਿੰਦੇ ਆ। ਜਿੰਨਾ ਜ਼ਿਆਦਾ ਆਪਾਂ ਅੰਦਰ ਨੂੰ ਇੰਸਰਟ ਕਰਾਂਗੇ ਉਨੇ ਉਹ ਜਿਹੜੀ ਰੋਡਸ ਆ ਕੰਟਰੋਲ ਰੋਡਸ ਆ ਨਿਊਟਰਨ ਨੂੰ ਅਬਜ਼ੋਰਬ ਕਰਨਗੀਆਂ, ਉਹਨਾਂ ਸਾਡਾ ਰਿਐਕਸ਼ਨ ਜਿਹੜਾ ਸਲੋ ਹੋ ਜਾਏਗਾ। ਅਗਰ ਸਾਨੂੰ ਤੇਜ਼ ਰਿਐਕਸ਼ਨ ਕਰਨਾ ਤਾਂ ਆਪਾਂ ਕੰਟਰੋਲ ਰੋਡਸ ਨੂੰ ਬਾਹਰਲੇ ਪਾਸੇ ਕਰ ਲੈਂਦੇ ਆ। ਅਗਰ ਰਿਐਕਸ਼ਨ ਨੂੰ ਸਲੋ ਕਰਨਾ ਤਾਂ ਆਪਾਂ ਕੰਟਰੋਲ ਰੋਡਸ ਜਿਹੜੀਆਂ ਉਹ ਅੰਦਰ ਨੂੰ ਐਡ ਕਰ ਦਿੰਦੇ ਕਿਉਂਕਿ ਉਹ ਨਿਊਟਰਨ ਅਬਜ਼ੋਰਬਿੰਗ ਮਟੀਰੀਅਲ ਹੈਗਾ। ਇਸ ਕਰਕੇ ਜਿੰਨੀਆਂ ਅੰਦਰ ਇੰਸਰਟ ਕਰਾਂਗੇ ਉਨੇ ਜ਼ਿਆਦਾ ਨਿਊਟਰਨ ਉਹ 'ਚ ਅਬਜ਼ੋਰਬ ਹੋ ਜਾਣਗੇ ਤੇ ਘੱਟ ਰਿਐਕਸ਼ਨ ਵੱਲ ਨੂੰ ਜਾਣਗੇ। ਅਗਰ ਆਪਾਂ ਉਹਨੂੰ ਬਾਹਰ ਕੱਢਾਂਗੇ ਤਾਂ ਜਿੰਨੇ ਨਿਊਟਰਨ ਪ੍ਰੋਡਿਊਸ ਹੋਣਗੇ ਉਨੇ ਹੀ ਫਿਰ ਰਿਐਕਟ ਕਰਨਗੇ। ਇਸ ਤਰ੍ਹਾਂ ਆਪਾਂ ਇਹ ਚੇਨ ਰਿਐਕਸ਼ਨ ਨੂੰ ਕੰਟਰੋਲ ਕਰ ਸਕਦੇ ਹਾਂ। ਕੂਲੈਂਟ ਕੀ ਆ, ਕਹਿੰਦਾ ਇਹ ਫਲੂਇਡ ਸਰਕੂਲੇਟਿੰਗ ਥਰੂ ਦਾ ਕੋਰ ਸੋ ਐਜ਼ ਟੂ ਟਰਾਂਸਫਰ ਦਾ ਹੀਟ ਫਰੋਮ ਇਟ। ਮਤਲਬ ਇੱਕ ਕੂਲੈਂਟ ਕੀ ਚੀਜ਼ ਆ, ਸਿੰਪਲੀ ਇੱਕ ਫਲੂਇਡ ਹੈਗਾ ਜਿਹੜਾ ਕਿ ਨਿਊਕਲੀਅਰ ਰਿਐਕਟਰ ਦੇ ਵਿੱਚੋਂ ਦੀ ਕੋਰ ਦੇ ਵਿੱਚੋਂ ਦੀ ਹੀਟ ਲੈ ਕੇ ਟਰਾਂਸਫਰ ਕਰਦਾ ਹੈਗਾ ਆ ਹੀਟ ਐਕਸਚੇਂਜਰ ਨੂੰ। ਇਨ ਲਾਈਟ ਵਾਟਰ ਰਿਐਕਟਰਸ ਦਾ ਵਾਟਰ ਮੋਡਰੇਟਰ ਫੰਕਸ਼ਨਸ ਆਲਸੋ ਐਜ਼ ਏ ਪ੍ਰਾਇਮਰੀ ਕੂਲੈਂਟ। ਜਿਹੜਾ ਮੋਡਰੇਟਰ ਮਟੀਰੀਅਲ ਹੈਗਾ ਉਹਨੂੰ ਹੀ ਕਹਿੰਦਾ ਆਪਾਂ ਐਜ਼ ਏ ਕੂਲੈਂਟ ਜਿਹੜਾ ਯੂਜ਼ ਕਰ ਸਕਦੇ ਹਾਂ। ਮਤਲਬ ਜਿੱਦਾਂ ਕਿ ਵਾਟਰ ਜਾਂ ਹੈਵੀ ਵਾਟਰ ਜਾਂ ਗ੍ਰੇਫਾਈਟ ਲਿਕੁਇਡ ਗ੍ਰੇਫਾਈਟ ਜਿਹੜਾ ਮਤਲਬ ਵਾਟਰ ਹੈਗਾ ਹੈਵੀ ਵਾਟਰ ਹੈਗਾ ਜਾਂ ਔਰ ਗ੍ਰੇਫਾਈਟ ਜਿਹੜਾ ਉਹਨੂੰ ਆਪਾਂ ਯੂਜ਼ ਕਰ ਸਕਦੇ ਐਜ਼ ਏ ਕੂਲੈਂਟ। ਪ੍ਰੈਸ਼ਰ ਵੈਸਲ ਔਰ ਪ੍ਰੈਸ਼ਰ ਟਿਊਬਸ।
usually a robust steel vessel containing the reactor core and moderator coolant, but it may be a series of tubes holding the fuel and conveying the coolant through the surrounding moderator। मतलब ਕਹਿੰਦਾ ਪ੍ਰੈਸ਼ਰ ਵੈਸਲ ਬੇਸਿਕਲੀ ਕੰਮ ਕੀ ਕਰਦਾ ਹੈਗਾ ਕਿ ਕੂਲੈਂਟ ਦੇ ਨੂੰ ਹੈਲਪ ਕਰਦਾ ਹੈਗਾ ਆ ਮੈਕਸਿਮਮ ਹੀਟ ਜਿਹੜੀ ਅਬਜ਼ੌਰਬ ਕਰਨ ਲਈ। ਇਸ ਕਰਕੇ ਇਹਨੂੰ ਮੋਡਰੇਟਰ ਦੇ ਆਲੇ ਦੁਆਲੇ ਇਹ ਜਿਹੜੀਆਂ ਟਿਊਬਸ ਰੋਡਸ ਦੇ ਵਿੱਚ ਟਿਊਬ ਦੀ ਸ਼ੇਪ ਦੇ ਵਿੱਚ ਪ੍ਰੈਸ਼ਰ ਵੈਸਲ ਜਿਹੜੇ ਆ ਇਹ ਜਾਂ ਪ੍ਰੈਸ਼ਰ ਟਿਊਬ ਜਿਹੜੀਆਂ ਬਣਾਈਆਂ ਹੁੰਦੀਆਂ ਹੈਗੀਆਂ। ਇਸ ਤਰ੍ਹਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਹੈਗਾ ਉਹ ਉਹਦੇ ਐਲੀਮੈਂਟਸ ਨੇ ਫਿਊਲ, ਮੋਡਰੇਟਰ, ਕੰਟਰੋਲ ਰੋਡਸ, ਕੂਲੈਂਟ ਤੇ ਪ੍ਰੈਸ਼ਰ ਵੈਸਲ। ਫਿਊਲ ਯੂਰੇਨੀਅਮ ਮਟੀਰੀਅਲ, ਯੂਰੇਨੀਅਮ ਆਕਸਾਈਡ ਦੇ ਰੋਡਸ ਹੁੰਦੇ ਨੇ। ਮੋਡਰੇਟਰ ਉਹਦੇ ਆਲੇ ਦੁਆਲੇ ਆਪਾਂ ਨਿਊਟਰਨ ਅਬਜ਼ੌਰਬਿੰਗ ਮਟੀਰੀਅਲ ਲਾਇਆ ਹੁੰਦਾ ਹੈਗਾ ਜਿਹੜਾ ਕਿ ਸਲੋ ਡਾਊਨ ਕਰਦਾ ਹੈਗਾ ਫਿਊਜ਼ਨ ਨੂੰ, ਮਤਲਬ ਨਿਊਟਰਨ ਜਿਹੜੀ ਉਹਨਾਂ ਦੀ ਸਪੀਡ ਨੂੰ ਘਟਾਉਂਦਾ ਹੈਗਾ ਤਾਂ ਕਿ ਮੈਕਸਿਮਮ ਫਿਊਜ਼ਨ ਜਿਹੜਾ ਉਹਦੀ ਪ੍ਰੋਬੇਬਿਲਿਟੀ ਇਨਕਰੀਜ਼ ਹੋ ਸਕੇ। ਇਹ ਹੈਵੀ ਵਾਟਰ ਔਰ ਗ੍ਰੇਫਾਈਟ ਹੁੰਦਾ ਹੈਗਾ। ਕੰਟਰੋਲ ਰੋਡਸ ਸਾਡੇ ਚੇਨ ਰਿਐਕਸ਼ਨ ਨੂੰ ਕੰਟਰੋਲ ਕਰਦੀਆਂ ਨੇ, ਜਿੰਨਾ ਕਿ ਸਾਡਾ ਚੇਨ ਰਿਐਕਸ਼ਨ ਕੰਟਰੋਲ ਰਹਿੰਦਾ ਹੈਗਾ। ਆਪਣੀ ਮਰਜ਼ੀ ਨਾਲ ਅਸੀਂ ਹੀਟ ਘਟਾ ਵਧਾ ਸਕਦੇ ਹਾਂ। ਕੂਲੈਂਟ ਹੈ ਟਰਾਂਸਫਰ ਕਰਦਾ ਹੈ ਹੀਟ ਫਰੋਮ ਰਿਐਕਟਰ ਟੂ ਹੀਟ ਐਕਸਚੇਂਜਰ, ਤੇ ਪ੍ਰੈਸ਼ਰ ਵੈਸਲ ਹੈ ਜਿਹਦੇ ਵਿੱਚ ਸਾਰਾ ਇਹ ਜਿਹੜਾ ਐਟੋਮਿਕ ਰਿਐਕਸ਼ਨ ਜਿਹੜਾ ਇਹ ਹੁੰਦਾ ਹੈਗਾ। ਇਸ ਤਰ੍ਹਾਂ ਇਹ ਐਲੀਮੈਂਟਸ ਸੀਗੇ ਇਹਦੇ। ਹੁਣ ਦੇਖੋ ਸੈਕਿੰਡ ਪਾਰਟ, ਪਹਿਲਾ ਸੀਗਾ ਨਿਊਕਲੀਅਰ ਰਿਐਕਟਰ, ਹੁਣ ਦੂਜਾ ਹੈ ਹੀਟ ਐਕਸਚੇਂਜਰ। ਇਹਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਸਿੰਪਲੀ ਕੂਲੈਂਟ ਜਿਹੜਾ ਆ ਉਹ ਰਿਐਕਟਰ 'ਚੋਂ ਹੀਟ ਲੈ ਕੇ ਹੀਟ ਐਕਸਚੇਂਜਰ ਹੀਟ ਟਰਾਂਸਫਰ ਕਰਕੇ ਵਾਪਸ ਫਿਰ ਰਿਐਕਟਰ ਦੇ ਵਿੱਚ ਆਪਾਂ ਨੂੰ ਭੇਜ ਦਿੰਦੇ ਆ। ਇਹਦੇ ਵਿੱਚ ਸਿਰਫ ਹੀਟ ਜਿਹੜੀ ਆ ਰਿਐਕਟਰ ਦੀ ਹੀਟ ਜਿਹੜੀ ਆ ਉਹ ਵਾਟਰ ਵਿੱਚ ਜਾਂਦੀ ਹੈ ਤੇ ਵਾਟਰ ਹੀਟ ਅਪ ਹੋ ਕੇ ਸਟੀਮ ਬਣਦੀ ਹੈਗੀ ਆ। ਇਹਦਾ ਹੀਟ ਐਕਸਚੇਂਜਰ ਇਹਨੂੰ ਕਹਿੰਦੇ ਆ। ਤੀਜਾ ਹੈ ਸਟੀਮ ਟਰਬਾਈਨ। ਇਹ ਜਿਸ ਤਰ੍ਹਾਂ ਆਪਾਂ ਪਹਿਲਾਂ ਥਰਮਲ ਪਲਾਂਟਸ ਦੇ ਵਿੱਚ ਪੜ੍ਹਿਆ ਉਸੇ ਤਰ੍ਹਾਂ ਹੀ ਇਹ ਸਟੀਮ ਟਰਬਾਈਨਸ ਆਪਾਂ ਯੂਜ਼ ਕਰਦੇ ਹਾਂ to convert steam energy of steam into mechanical energy। ਜਿਹੜੀ ਆ ਸਟੀਮ ਟਰਬਾਈਨ ਦੇ ਵਿੱਚ ਆਪਾਂ ਕਨਵਰਟ ਕੀਤੀ ਜਾਂਦੀ ਆ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਫਾਲਤੂ ਸਟੀਮ ਹੈ ਉਹਦੇ ਆਪਾਂ ਕੰਡੈਂਸਰ ਵਿੱਚ ਲਿਜਾ ਕੇ ਉਹਨੂੰ ਕੰਡੈਂਸ ਕਰਕੇ ਉਹੀ ਵਾਟਰ ਜਿਹੜਾ ਆਪਾਂ ਫਿਰ ਮੋਟੇ ਹੀਟ ਐਕਸਚੇਂਜਰ ਵਿੱਚ ਟਰਾਂਸਫਰ ਕਰ ਦਿੰਦੇ ਆ। ਆਲਟਰਨੇਟਰ ਹੈ ਜਿਹੜਾ ਕਿ ਸਟੀਮ ਟਰਬਾਈਨ ਦੀ ਸ਼ਾਫਟ ਦੇ ਨਾਲ ਅਟੈਚ ਹੈ ਔਰ 3 ਫੇਸ ਸਪਲਾਈ ਜਿਹੜੀ ਆਪਾਂ 11 kV ਜਨਰੇਟ ਕਰਦੇ ਹੈਗੇ ਆ ਉਹ ਆਲਟਰਨੇਟਰਸ ਦੇ ਨਾਲ ਆਪਾਂ ਜਨਰੇਟ ਕਰਦੇ ਹੈਗੇ ਆ। ਇਹ ਆਲਟਰਨੇਟਰ ਟਰਬਾਈਨਸ ਦੇ ਨਾਲ ਅਟੈਚ ਹੁੰਦੇ ਹੈਗੇ ਆ, ਕਪਲਿੰਗ ਹੋਈ ਹੁੰਦੀ ਆ। ਤਾਂ ਇਹਨਾਂ ਦੀ ਸਪਲਾਈ ਜਿਹੜੀ 11 kV ਆਪਾਂ ਟਰਾਂਸਫਾਰਮਰ ਦੇ ਥਰੂ ਸਰਕਟ ਬ੍ਰੇਕਰ ਦੇ ਥਰੂ ਆਪਾਂ ਬੱਸ ਬਾਰ ਦੇ ਨਾਲ ਜੋੜ ਦਿੰਦੇ ਹੈਗੇ ਆ। ਐਡਵਾਂਟੇजेस, ਕੁਛ ਐਡਵਾਂਟੇजेस ਹੈਗੀਆਂ ਇਹਦੀਆਂ ਪਾਵਰ ਪਲਾਂਟ ਦੀਆਂ, ਉਹ ਆਪਾਂ ਡਿਸਕਸ ਕਰ ਲੈਂਦੇ ਆ। ਕਹਿੰਦਾ ਦਾ ਅਮਾਊਂਟ ਆਫ ਫਿਊਲ ਰਿਕੁਆਇਰਡ ਇਜ਼ ਕੁਆਇਟ ਸਮਾਲ, ਕਿਉਂਕਿ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ ਕਿ 1 ਕਿਲੋ ਫਿਊਲ ਜਿਹੜਾ ਆ ਯੂਰੇਨੀਅਮ ਫਿਊਲ ਜਿਹੜਾ ਆ ਉਹ 4500 ਟਨ ਕੋਲ ਦੀ ਹੀਟ ਦੇ ਬਰਾਬਰ ਹੈ। ਇਸ ਕਰਕੇ ਕਹਿੰਦਾ ਅਮਾਊਂਟ ਘੱਟ ਹੈਗਾ, ਉਹਦੇ ਕਰਕੇ ਦੀ ਜਿਹੜੀ ਆ ਟਰਾਂਸਪੋਰਟੇਸ਼ਨ ਜਿਹੜੀ ਆ ਬਹੁਤ ਈਜ਼ੀ ਹੈਗੀ ਆ। ਇਹ ਨਿਊਕਲੀਅਰ ਪਾਵਰ ਪਲਾਂਟ ਰਿਕੁਆਇਰਸ ਲੈਸ ਸਪੇਸ ਘੱਟ ਚਾਹੀਦੀ ਹੈ ਦੂਜੇ ਪਲਾਂਟਸ ਨਾਲੋਂ। ਲੋ ਰਨਿੰਗ ਚਾਰजेस, ਕਿਉਂਕਿ ਫਿਊਲ ਘੱਟ ਯੂਜ਼ ਹੁੰਦਾ ਇਹਦੇ ਰਨਿੰਗ ਚਾਰजेस ਜਿਹੜੇ ਆ ਉਹ ਘੱਟ ਜਾਂਦੇ ਆ। ਟਾਈਪ ਆਫ ਪਲਾਂਟ ਇਜ਼ ਵੈਰੀ ਇਕਨੋਮਿਕਲ ਫॉर प्रोड्यूसिंग बल्क इलैक्ट्रिक पावर। ज़्यादा इलैक्ट्रिक पावर बनानी होए क्योंकि फ्यूल ਜਿਹੜਾ ਥੋੜਾ ਲੱਗਦਾ ਹੈਗਾ, ਟਰਾਂਸਪੋਰਟੇਸ਼ਨ ਬਚ ਜਾਂਦੀ ਆ, ਹੋਰ ਖਰਚੇ ਬਚ ਜਾਂਦੇ, ਉਹਦੇ ਲਈ ਇਹ ਕਹਿੰਦਾ ਇਕਨੋਮਿਕਲ ਹੈਗਾ ਆ। ਇਟ ਕੈਨ ਬੀ ਲੋਕੇਟਡ ਨੀਅਰ ਦ ਲੋਡ ਸੈਂਟਰਸ ਬਿਕੋਜ਼ ਇਟ ਡਜ਼ ਨਾਟ ਰਿਕੁਆਇਰ ਲਾਰਜ ਕੁਆਂਟਿਟੀ ਆਫ ਵਾਟਰ ਐਂਡ ਨੀਡ ਨਾਟ ਬੀ ਨੀਅਰ ਕੋਲ ਮਾਈਨਸ, ਕਿਉਂਕਿ ਕੋਲਾ ਵੀ ਨਹੀਂ ਚਾਹੀਦਾ ਅਤੇ ਪਾਣੀ ਵੀ ਸਿੰਪਲ ਘੱਟ ਚਾਹੀਦਾ ਹੈਗਾ ਕਿਉਂਕਿ ਹਾਈਡਰੋ ਪਾਵਰ ਪਲਾਂਟਸ ਦੇ ਵਿੱਚ ਪਾਣੀ ਬਹੁਤ ਚਾਹੀਦਾ ਹੁੰਦਾ। ਇਸ ਕਰਕੇ ਕਹਿੰਦਾ ਕੋਲੇ ਦੀ ਟਰਾਂਸਪੋਰਟੇਸ਼ਨ ਵੀ ਬਹੁਤ ਘੱਟ ਆ। ਇਸ ਕਰਕੇ ਆਪਾਂ ਨੀਅਰ ਟੂ ਲੋਡ ਸੈਂਟਰ ਲਗਾ ਸਕਦੇ ਹਾਂ ਤਾਂ ਕਿ ਆਪਾਂ ਟਰਾਂਸਮਿਸ਼ਨ ਦੀ ਕਾਸਟ ਨੂੰ ਬਚਾ ਸਕੀਏ। देयर आर लार्ज डिपॉजिट ऑफ न्यूक्लियर फ्यूल्स अवेलेबल ऑल ओवर द वर्ल्ड। ਕਹਿੰਦਾ ਸਾਰੇ ਸੰਸਾਰ ਵਿੱਚ ਫਿਊਲ ਜਿਹੜਾ ਹੈ ਨਿਊਕਲੀਅਰ ਫਿਊਲ ਕਾਫੀ ਮਾਤਰਾ 'ਚ ਮੌਜੂਦ ਹੈਗਾ। ਇਸ ਕਰਕੇ ਆਪਾਂ ਥਾਊਜ਼ੈਂਡਸ ਈਅਰ ਜਿਹੜੇ ਆਪਾਂ ਇਹਨੂੰ એનર્ਜੀ ਜਿਹੜੀ ਜਨਰੇਟ ਕਰ ਸਕਦੇ ਹਾਂ ਅਤੇ ਇਟ ਇਨਸ਼ੋਰ ਰਿਲਾਇਬਿਲਿਟੀ ਆਫ ਆਪਰੇਸ਼ਨ ਜਿਹੜਾ ਇਹਦਾ ਬਹੁਤ ਰਿਲਾਇਬਲ ਹੁੰਦਾ ਹੈਗਾ। डिसएडवांटेज ਕੀ ਹੈ ਦਾ ਫਿਊਲ ਯੂਜ਼ ਐਕਸਪੈਂਸਿਵ, ਮਹਿੰਗਾ ਬਹੁਤ ਜ਼ਿਆਦਾ ਮਹਿੰਗਾ ਹੈਗਾ ਐਂਡ ਇਟ ਡਿਫਿਕਲਟ ਟੂ ਰਿਕਵਰ। ਇਸ ਕਰਕੇ ਇਹਨੂੰ ਪੈਦਾ ਕਰਨਾ ਥੋੜ੍ਹਾ ਜਿਹਾ ਔਖਾ ਹੈ। ਕੈਪੀਟਲ ਕਾਸਟ ਔਨ ਨਿਊਕਲੀਅਰ ਪਲਾਂਟ ਇਜ਼ ਵੈਰੀ ਹਾਈ, ਕੈਪੀਟਲ ਕਾਸਟ ਬਹੁਤ ਜ਼ਿਆਦਾ ਹੈਗੀ ਆ। ਅਤੇ ਰਿਐਕਸ਼ਨ ਕਮਿਸ਼ਨਿੰਗ ਆਫ ਦਾ ਪਲਾਂਟ ਰਿਕੁਆਇਰਸ ਗ੍ਰੇਟਰ ਟੈਕਨੀਕਲ ਨੌਲੇਜ, ਕਿਉਂਕਿ ਆਪਾਂ ਨੂੰ ਨਿਊਕਲੀਅਰ ਰਿਐਕਟਰ ਬਣਾਉਣਾ ਹੈ, ਅਗਰ ਮਾੜੀ ਜਿਹੀ ਅਣਗਹਿਲੀ ਕੀਤੀ ਤਾਂ ਕੋਈ ਵੀ ਮਤਲਬ ਜਿਹੜੀ ਆ ਅਨਸਰਟੇਨਟੀ ਹੋ ਸਕਦੀ ਹੈ। ਇਸ ਕਰਕੇ ਇਹ ਜਿਹੜਾ ਪਲਾਂਟ ਹੈ ਬੜੇ ਹੀ ਟੈਕਨੀਕਲ ਨੌਲੇਜ ਦੇ ਵਿੱਚ ਲਗਾਇਆ ਜਾਂਦਾ ਹੈਗਾ। ਕਹਿੰਦਾ ਦਾ ਫਿਜ਼ਨ ਬਾਈ ਪ੍ਰੋਡਕਟਸ ਆਰ ਜਨਰਲੀ ਰੇਡੀਓ ਐਕਟਿਵ ਐਂਡ ਮੇ ਕਾਜ਼ ਏ ਡੇਂਜਰਸ ਅਮਾਊਂਟ ਆਫ ਰੇਡੀਓ ਐਕਟਿਵ ਪੋਲਿਊਸ਼ਨ, ਕਿਉਂਕਿ ਜਿਹੜੀ ਬਾਈ ਪ੍ਰੋਡਕਟਸ ਪੈਦਾ ਹੁੰਦੇ ਆ ਜਦੋਂ ਆਪਾਂ ਨਿਊਕਲੀਅਰ ਰਿਐਕਸ਼ਨ ਕਰਦੇ ਹਾਂ ਉਹ ਕਹਿੰਦਾ ਉਹਦੇ ਵਿੱਚ ਰੇਡੀਓ ਐਕਟਿਵ ਹੁੰਦੇ ਹੈਗੇ ਆ ਅਤੇ ਉਹਦੇ ਵਿੱਚ ਰੇਡੀਓ ਐਕਟਿਵ ਪੋਲਿਊਸ਼ਨ ਜਿਹੜੀ ਪੈਦਾ ਕਰਨ ਦਾ ਖਤਰਾ ਬਣਿਆ ਰਹਿੰਦਾ। ਇਸ ਕਰਕੇ ਇਹਦੀ ਇੱਕ ਡਰਾਬੈਕ ਹੈਗਾ। ਮੇਨਟੇਨੈਂਸ ਚਾਰਜਿਸ ਆਰ ਹਾਈ ਡਿਊ ਟੂ ਲੈਕ ਆਫ ਸਟੈਂਡਰਡਾਈਜੇਸ਼ਨ, ਮਤਲਬ
ਮੇਨਟੇਨੈਂਸ ਕਾਸਟ ਜਿਹੜੀ ਆ ਬਹੁਤ ਜ਼ਿਆਦਾ ਪੈਂਦੀ ਹੈਗੀ ਇਹਦੀ। ਦਾ ਡਿਸਪੋਜ਼ਲ ਆਫ ਬਾਈ ਪ੍ਰੋਡਕਟਸ ਵਿੱਚ ਆ ਰੇਡੀਓ ਐਕਟਿਵ ਇਜ਼ ਅ ਬਿਗ ਪ੍ਰੋਬਲਮ। ਹੁਣ ਬਾਈ ਪ੍ਰੋਡਕਟਸ ਕ੍ਰੀਏਟ ਹੁੰਦੇ ਆ, ਉਹ ਜਿਹਨੂੰ ਡਿਸਪੋਜ਼ ਆਫ ਕਰਨੀ ਸਾਨੂੰ ਬੜੀ ਦਿੱਕਤ ਪੇਸ਼ ਆਉਂਦੀ ਹੈ। ਇਹਦਾ ਇੱਕ ਬਹੁਤ ਵੱਡਾ ਡਰਾਬੈਕ ਹੈ। ਦੇ ਹੈਵ ਈਦਰ ਟੂ ਬੀ ਡਿਸਪੋਜ਼ ਆਫ ਇਨ ਅ ਡੀਪ ਟ੍ਰੈਂਚ ਔਰ ਇਨ ਅ ਸੀ ਅਵੇ ਫਰੋਮ ਸੀ ਸ਼ੋਰ। ਕਹਿੰਦਾ ਜਾਂ ਤਾਂ ਕਹਿੰਦਾ ਇਹਨਾਂ ਨੂੰ ਮਤਲਬ ਸਮੁੰਦਰੀ ਕੰਢੇ ਤੋਂ ਥੋੜ੍ਹਾ ਦੂਰ ਲਿਜਾ ਕੇ ਆਪਾਂ ਨੂੰ ਦਬਾ ਸਕਦੇ ਆ, ਤੇ ਜਾਂ ਬਹੁਤ ਡੂੰਘੀ ਟ੍ਰੈਂਚ ਪੱਟ ਕੇ ਉਹਦੇ ਵਿੱਚ ਇਹਨਾਂ ਨੂੰ ਬੰਦ ਕੀਤਾ ਜਾਂਦਾ ਕਿ ਇਹਨਾਂ ਨੂੰ ਜਿਹੜੇ ਬਾਈ ਪ੍ਰੋਡਕਟਸ ਇਹਦਾ ਮਟੀਰੀਅਲ ਪੈਦਾ ਡਿਸਪੋਜ਼ ਹੁੰਦਾ, ਜਿਹੜਾ ਮਟੀਰੀਅਲ ਨੂੰ ਡਿਸਪੋਜ਼ ਕਰਨਾ ਬੜਾ ਔਖਾ ਹੈਗਾ। ਇਹਦੀਆਂ ਡਿਸਐਡਵਾਂਟੇਜ ਹੈਗੀਆਂ। ਸਾਈਟ ਸਿਲੈਕਸ਼ਨ ਨੇ ਦੇਖੋ 3-4 ਪੁਆਇੰਟ ਆ, ਉਹ ਆਪਾਂ ਅਵੇਲੇਬਿਲਿਟੀ ਆਫ ਵਾਟਰ, ਪਾਣੀ ਅਵੇਲੇਬਲ ਹੋਣਾ ਚਾਹੀਦਾ ਜਿੱਥੇ ਵੀ ਆਪਾਂ ਲਗਾਉਣਾ। ਡਿਸਪੋਜ਼ਲ ਆਫ ਵੇਸਟ ਸਭ ਤੋਂ ਵੱਡੀ ਪ੍ਰੋਬਲਮ, ਜਿੱਦਾਂ ਆਪਾਂ ਪਹਿਲਾਂ ਡਿਸਕਸ ਕੀਤੀ ਆ, ਜਿਹੜਾ ਵੇਸਟ ਆ ਉਹਨੂੰ ਡਿਸਪੋਜ਼ ਕਰਨ ਦੀ ਬਹੁਤ ਪ੍ਰੋਬਲਮ ਆ। ਆਪਾਂ ਉੱਥੇ ਇਹ ਪਲਾਨ ਲਗਾਉਣਾ ਜਿੱਥੇ ਇਹ ਪ੍ਰੋਬਲਮ ਜਿਹੜੀ ਹੈ ਇਹ ਘੱਟ ਹੋਵੇ, ਮਤਲਬ ਆਪਾਂ ਡਿਸਪੋਜ਼ ਕਰ ਸਕੀਏ ਜਿਹੜਾ ਵੇਸਟ ਉਹਦਾ ਜਨਰੇਟ ਹੁੰਦਾ ਹੈਗਾ। ਡਿਸਟੈਂਸ ਫਰੋਮ ਪੋਪੂਲੇਟਡ ਏਰੀਆ, ਕਿਉਂਕਿ ਕਿਸੇ ਵੇਲੇ ਵੀ ਰਿਸਕ ਬਣਿਆ ਰਹਿੰਦਾ ਜਿਹੜੇ ਨਿਊਕਲੀਅਰ ਪਾਵਰ ਪਲਾਂਟਸ ਹੁੰਦੇ ਹੈਗੇ ਆ, ਕਿ ਕੋਈ ਗੈਸ ਜਿਹੜੀ ਆ ਉਹ ਲੀਕ ਨਾ ਕਰ ਜਾਵੇ, ਰੇਡੀਓ ਐਕਟਿਵ ਜਿਹੜੀਆਂ ਰੇਜ਼ ਆ ਉਹ ਲੀਕ ਨਾ ਕਰ ਜਾਣ। ਉਹਦੇ ਕਰਕੇ ਆਪਾਂ ਇਹਨੂੰ ਥੋੜ੍ਹਾ ਜਿਹਾ ਪਾਪੂਲੇਸ਼ਨ ਤੋਂ ਦੂਰ ਬਣਾਉਂਦੇ ਹੈਗੇ ਆ। ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਹੋਣੀ ਚਾਹੀਦੀਆਂ ਕਿ ਬਾਕੀ ਮਟੀਰੀਅਲ ਆਪਾਂ ਜਿਹੜਾ ਲੈ ਕੇ ਆਉਣਾ ਜਾਣਾ ਕਰਨਾ, ਫਿਊਲ ਲੈ ਕੇ ਆਉਣਾ, ਹੋਰ ਸਮਾਨ ਟੈਕਨੀਕਲ ਚੀਜ਼ਾਂ ਜਿਹੜੀਆਂ ਲੈ ਕੇ ਆਉਣੀਆਂ, ਉਹਦੇ ਲਈ ਟਰਾਂਸਪੋਰਟੇਸ਼ਨ ਫੈਸਿਲਿਟੀ ਜਿਹੜੀ ਆ ਉਹ ਅਵੇਲੇਬਲ ਹੋਣੀ ਚਾਹੀਦੀ ਆ। ਇਸ ਤਰ੍ਹਾਂ ਇਹ ਕਹਿੰਦਾ ਆਪਾਂ ਇਹਨੂੰ ਚੂਜ਼ ਕਰ ਸਕਦੇ ਹੈਗੇ।